ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਬਾਜ ਗੁਰੂ ਜਗਤ ਬਉਰਾਨਾ, ਨਾਵੈ ਸਾਰ ਨਾ ਪਾਈ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਬਾਜ ਗੁਰੂ ਜਗਤ ਬਉਰਾਨਾ, ਨਾਵੈ ਸਾਰ ਨਾ ਪਾਈ। ਸਤਿਗੁਰ ਸੇਵਹਿ ਸੇ ਪਰਵਾਨ, ਜਿਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣ ਮਨ ਵਸਾਈ। ਆਪਣੇ ਭਾਣੈ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁਖ ਨਾ ਜਾਈ। ਦੂਜੈ ਸਭ ਕੋ ਲਗ ਵਿਗੁਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜ਼ਾਈ। ਦੂਜੈ ਸਭ ਕੋ ਲਗ ਵਿਗੁਤਾ, ਬਿਨ ਸਤਿਗੁਰ ਬੂਝ ਨ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜਾਏ ਗਏ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਸੋਹਦਾਰ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ। ਉਪਰੰਤ ਸਾਡੀਆਂ ਸਤਿਕਾਰਯੋਗ ਬੱਚੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ, ਗੁਰਮੰਤਰ ਦੇ ਜਾਪ, ਕੀਰਤਨ ਰਾਹੀਂ ਆਪ ਜੀਆਂ ਨੂੰ ਸਰਵਣ ਕਰਵਾਏ। ਉਸ ਤੋਂ ਬਾਅਦ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਲਾਰ ਰਾਗ ਦੀ ਵਾਰ, ਜਿਸ ਦੀ ਵਿਚਾਰ ਆਪ ਜੀ ਰੋਜ਼ਾਨਾ ਸਰਵਣ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1287 ਅੰਗ ਤੇ ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਅੱਜ ਵਾਲੀ ਜਿਸ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਆਪ ਹੀ ਕਿਰਪਾ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰਮਤਿ ਦੀ ਰੌਸ਼ਨੀ ਵਿੱਚ ਸੂਝ ਬੂਝ ਬਖਸ਼ਿਸ਼ ਕਰਕੇ ਕਰਵਾ ਲੈਣ।
ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਹਿਬ ਕਿਰਪਾ ਕਰਦੇ ਨੇ। ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ, ਪਰਮਾਤਮਾ ਦਾ ਨਾਮ ਸਦਾ ਹੀ ਜੀਵ ਨੂੰ ਸੁਖ ਦੇਣ ਵਾਲਾ ਹੈ, ਸਦਾ ਹੀ ਜੀਵ ਨੂੰ ਸੁਖਦਾਈ ਬਣਾਉਂਦਾ ਹੈ। ਤੇ ਸਾਹਿਬ ਕਹਿੰਦੇ ਹਰ ਸਮੇਂ ਤੇ ਪ੍ਰਭੂ ਪਰਮਾਤਮਾ ਦਾ ਇਹ ਅੰਮ੍ਰਿਤ ਨਾਮ ਜੋ ਹੈ ਜੀਵ ਦੇ ਨਾਲ ਹਰ ਸਮੇਂ ਤੇ ਸਹਾਈ ਹੁੰਦਾ ਹੈ, ਅੰਤ ਸਮੇਂ ਤੇ ਵੀ ਸਹਾਈ ਹੁੰਦਾ ਹੈ। ਤੇ ਸਾਹਿਬ ਕਿਰਪਾ ਕਰਦੇ ਨੇ। ਪਰ ਇਹ ਨਾਮ ਇਹ ਕਿਵੇਂ ਪਤਾ ਚੱਲੇ ਕਿ ਆਤਮਿਕ ਜੀਵਨ ਦੇਣ ਵਾਲਾ ਨਾਮ ਸਾਡੀ ਜ਼ਿੰਦਗੀ ਦਾ ਆਧਾਰ ਹੈ? ਇਹ ਸਮਝ ਕਿੱਥੋਂ ਆਵੇ? ਸਾਹਿਬ ਜੀ ਕਹਿੰਦੇ ਗੁਰੂ ਕੋਲੋਂ ਸਮਝ ਲੱਗ ਸਕਦੀ ਹੈ। ਗੁਰੂ ਤੋਂ ਬਿਨਾਂ ਸਾਰਾ ਜਗਤ ਹੀ ਬੌਰਾਨਾ, ਬੌਰਾ ਕਹਿੰਦੇ ਨੇ ਕਮਲਾ ਝੱਲੇ ਨੂੰ। ਸਾਹਿਬ ਜੀ ਕਹਿੰਦੇ ਗੁਰੂ ਤੋਂ ਬਿਨਾਂ ਇਹ ਜਗਤ ਸੰਸਾਰ ਕਮਲਿਆਂ ਦੀ ਤਰ੍ਹਾਂ ਹੈ, ਪਾਗਲਾਂ ਦੀ ਤਰ੍ਹਾਂ ਹੈ, ਝੱਲਿਆਂ ਦੀ ਤਰ੍ਹਾਂ ਹੈ, ਜਿਨ੍ਹਾਂ ਨੂੰ ਨਾਮ ਦੀ ਸਾਰ ਮੈਨੇ ਇੱਥੇ ਅਰਥ ਹੈ ਕਦਰ, ਜਿਨ੍ਹਾਂ ਨੂੰ ਨਾਮ ਦੀ ਕੋਈ ਕਦਰ ਹੀ ਨਹੀਂ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਰਾਹੀਂ ਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਦਾ ਹੈ, ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਆਪਣੇ ਅੰਦਰ ਦੀ ਜੋਤ ਨੂੰ ਪਰਮ ਜੋਤ ਨਾਲ ਮਿਲਾਉਣ ਦਾ ਯਤਨ ਕਰ ਲੈਂਦਾ ਹੈ, ਉਹ ਪਰਮਾਤਮਾ ਨੂੰ ਭਾ ਜਾਂਦਾ ਹੈ, ਕਬੂਲ ਹੋ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਜਿਹੜਾ ਉਹਦੀ ਰਜ਼ਾ ਵਿੱਚ ਤੁਰਦਾ ਹੈ, ਉਹਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੈ, ਉਹ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ। ਤੇ ਆਪਣੀ ਮਰਜ਼ੀ ਨਾਲ ਚੱਲਣ ਵਾਲੇ ਜੀਵ ਨੇ ਅੱਜ ਤੱਕ ਸੁੱਖ ਨਹੀਂ ਪਾਇਆ। ਤੇ ਸਾਹਿਬ ਕਹਿੰਦੇ ਨੇ ਵਿਖਿਆ ਦੇ ਨਾਲ, ਵਿਖਿਆ ਰੂਪੀ ਧਨ ਪਦਾਰਥ ਨਾਲ ਅੱਜ ਤੱਕ ਨਾ ਕੋਈ ਰੱਜਿਆ ਹੈ ਤੇ ਨਾ ਰੱਜ ਸਕਦਾ ਹੈ। ਜਿਹੜੇ ਜੀਵ ਪਰਮਾਤਮਾ ਨੂੰ ਤਿਆਗ ਜਾਂਦੇ ਨੇ, ਪਰਮੇਸ਼ਰ ਨੂੰ ਛੱਡ ਜਾਂਦੇ ਨੇ, ਤੇ ਸਾਹਿਬ ਜੀ ਕਹਿੰਦੇ ਨੇ ਦੂਜੇ ਭਾਵ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਨੂੰ ਜ਼ਿੰਦਗੀ 'ਚ ਕਦੀ ਸੁੱਖ ਨਹੀਂ ਮਿਲਦਾ। ਤੇ ਜਿਹੜੇ ਜੀਵ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲੈਂਦੇ ਨੇ, ਉਹਦੇ ਹੁਕਮ ਵਿੱਚ ਚੱਲਦੇ ਨੇ, ਉਹਨਾਂ ਤੇ ਮਾਲਕ ਦੀ ਕਿਰਪਾ ਹੁੰਦੀ, ਉਹ ਰੱਬ ਦਾ ਹੀ ਰੂਪ ਬਣ ਜਾਂਦੇ ਨੇ। ਇਹ ਹੈ ਸ਼ਬਦ ਦਾ ਸਮੁੱਚਾ ਭਾਵ ਇਸ ਪੌੜੀ ਦਾ, ਜੋ ਆਪ ਜੀ ਨੂੰ ਸੰਖੇਪ ਰੂਪ ਵਿੱਚ ਦੱਸਿਆ ਹੈ। ਆਓ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਹੁਣ ਅਸੀਂ ਇਸ ਦੀ ਵਿਚਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਮੇਰੇ ਸਾਹਿਬ ਜੀ ਨੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਰੇ ਜਿਹੜੇ ਸ਼ਬਦ ਵਰਤੇ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਐ ਸਤਸੰਗੀ ਜਨੋ, ਪਰਮਾਤਮਾ ਦਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ, ਉਹਨੂੰ ਸਤ ਸੰਗਤ ਵਿੱਚ ਬੈਠ ਕੇ ਤੇ ਪੀ ਲਵੋ, ਉਸ ਨੂੰ ਛਕੋ। ਉਸ ਨੂੰ ਰੋਜ਼ ਹੀ ਆਪਾਂ ਸੋਦਰ ਦਾ ਪਾਠ ਕਰਦੇ ਹਾਂ ਤੇ ਸੁਣਦੇ ਹਾਂ। ਉਹਦੇ ਵਿੱਚ ਮੇਰੇ ਸਾਹਿਬ ਜੀ ਨੇ ਕਿਹਾ ਇਹਦੇ ਬਿਨਾਂ ਗੁਜ਼ਾਰਾ ਹੋ ਹੀ ਨਹੀਂ ਸਕਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਸਾਹਿਬ ਕਹਿੰਦੇ ਇਹ ਵਸਤ ਤਜੀ ਰਹਿ ਜਾਈ। ਬਈ ਜੇ ਕੋਈ ਕਵੇ ਇਸ ਨੂੰ ਮੈਂ ਛੱਡ ਦੇਵਾਂ ਤੇ ਇਸ ਨੂੰ ਛੱਡ ਕੇ ਮੇਰਾ ਗੁਜ਼ਾਰਾ ਹੋ ਜਾਵੇਗਾ, ਸਾਹਿਬ ਜੀ ਕਹਿੰਦੇ ਨਹੀਂ, ਆਤਮਿਕ ਮੌਤ ਹੋ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨੇ ਇਸ ਨੂੰ ਜੇ ਕੋਈ ਜੀਵ ਕਵੇ ਮੈਂ ਇਹਨੂੰ ਛੱਡ ਦੇਵਾਂ, ਇਹ ਛੱਡੀ ਜਾਣ ਵਾਲੀ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਭਈ ਥਾਲ ਵਿੱਚ ਪਰੋਸ ਕੇ ਸਾਨੂੰ ਜਿਹੜਾ ਭੋਜਨ ਦਿੱਤਾ ਹੈ, ਆਤਮਿਕ ਜੀਵਨ ਦੀ ਖੁਰਾਕ ਦਿੱਤੀ ਹੈ ਪਰਮਾਤਮਾ ਦਾ ਨਾਮ, ਇਹਨੂੰ ਛੱਡਿਆ ਨਹੀਂ ਜਾ ਸਕਦਾ, ਤਜਿਆ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ
श्री गुरु अमरदास महाराज जी कहते हैं मनुख दे अंदर ही प्रभु परमात्मा वाहिगुरु ने एक ऐसा अमृत का कुंट बना के रखा है, पर जीवन ਨੂੰ ना समझ होने करके बेसमझ होने करके इनू पता ही नहीं लगता कि ਇਹਦਾ आत्म ਜਿਹੜਾ जीवन है लुटिया जा रहा है, दिन रात लुटिया जा रहा है। श्री गुरु अमरदास महाराज जी के बचन ने इस देही अंदर पंच चोर वसै काम क्रोध लोभ मोह अहंकारा, तो करते की ने पंज, उत्थे भी शब्द ने अमृत ही वरत्या है। अमृत लूटै मन मुख नहीं बूझै कोई ना सुने पुकारा। साहब जी कहते हैं इस जीव को समझ नहीं लगती पई कि तेरा आत्मक जीवन जिहड़ा है काम क्रोध लोभ मोह अहंकार, ये पंज चोर दिन रात तेरे इस आत्मक जीवन को लुटते जा रहे हैं। पर साहब कहते तेनों समझ ही नहीं लग रही जीव कि उस आत्मक जीवन को तू किवें बचा सकता है। सतगुरु गरीब निवास सच्चे पातशाह महाराज जी ने होर भी शब्द वरते ने, घर ही माहे अमृत भरपूर है, उत्थे भी अमृत शब्द वरते है। घर ही माहे अमृत भरपूर है मन मुखा साध ना पाया। साहब कहते मन पिछे तुरन वाले जीव ने इस चीज़ को जानिया ही नहीं, कदर नूं जानिया ही नहीं कि प्रभु परमात्मा वाहिगुरु ने उहदे अंदर आत्मक जीवन देने वाला नाम परमात्मा ने भई अंदर टकाया होया है। घर ही माहे अमृत भरपूर है मन मुखा साध ना जाया। तो गुरु साहब एक उदाहरण देंदे ने, ज्यों कस्तूरी मिर्ग ना जाने। साहब कहते जिवें हिरण की नाभि विच कस्तूरी हुंदी है, ये हर हिरण की नाभि विच नहीं हुंदी, कोई वखरे हिरण हुंदे ने, हरेक हिरण दे नहीं। उन्हां दियां वखरियां वखरियां निशानियां ने। वो एक कतार विच तुरदा है, उहदी धौण जिहड़ी है वो जमीन नाल ला के तुरदा है, और उहदे अंदर कोई चंचलता ही नहीं हुंदी। जो विद्वानां ने इस चीज़ नूं लिया है वो कहंदे जिहड़ा नाभि वाला जिहदी नाभि च कस्तूरी हिरण दे उहदियां कुछ निशानियां ने। तो एवें गुरु साहब ने उदाहरण नहीं दिती, गल मिर्ग की नहीं, गल तो मनुख की करते हैं, पर उदाहरण जरूर मिर्ग की लई है। तो साहब जी कहते ने घर ही माहे अमृत भरपूर है मन मुखा साध न पाया। तो साहब कहते ज्यों कस्तूरी मिर्ग न जानै ब्रह्म दा परम भुलाया। जिवें उसनूं इस गल का ज्ञान नहीं हुंदा कि जिहड़ी सुगंधी आ रही है, जिहड़ी खुशबू आ रही है, वो सोचदा भी किते बाहरों आउंदी। सारी जिंदगी इसे दौड़ भज विच ही हिरन जिहड़ा है वो अपनी जान गवा जाता है, पर वो उस रस नूं जिहड़ा उहदे कोल ही है उहनूं माणदा नहीं। इसे तरह प्रभु परमात्मा ने हरेक जीव के अंदर अमृत का कुंट रखिया होया है, पर यह अमृत के कुंट की समझ गुरु के द्वारा आउणी है। जो अज के शब्द विच धन श्री गुरु नानक देव जी कृपा करते हैं, गुरु द्वारा समझ आ सकती है, गुरु तो बिना समझ नहीं आ सकती। यदा मतलब होया कि जिंदगी विच गुरु की बड़ी वड्डी लोड़ है, गुरु तो बिना गुजारा हो नहीं सकता। साहब जी ने तो पावन पवित्र बाणी विच वचन ही कर दिते ने कि भाई रे गुर बिन ज्ञान ना होए पूछो बरमै नारद वेद व्यास है। कोई भी जिन्हों मर्जी पूछ लो, ये गुरु तो बिना अंदर की सूझबूझ समझ नहीं आ सकती। आओ नाल इतिहास विचों वेख लीए भी की ऐसा ही हुंदा है कि गुरु तो बिना की मनुख नूं सचमुच ही समझ नहीं लगती। गुरमुखो लम्मा समा भाई लैना देवी देवतियां दे जांदे रहे, पर अंदर दा जिहड़ा अमृत कुंट सी वो कोई ना विखा सकिया। देवी देवतियां दे जांदे रहे, धार्मिक तौर पर भाई लैना जी ने सारे कर्म धर्म कीते ने, पर अंदर दा जिहड़ा रस सी, जिहड़ी अंदर दा पिया अमृत सी, वो तो कोई ना विखा सकिया। जिस दिन गुरु नानक साहब के चरणों में आ गए, भाई जोध जी के कोलों ये पौड़ी सुन लई आसा दी वार दी कि जित सेवै सुख पाईए, सो साहिब सदा संभालीए, जित कीता पाईए अपना, सा काल बुरी क्यों घालीए, मंदा मूल ना कीचे दे लम्मी नदर निहालीए, जो साहिब नाल ना हारीए ता वेहा पासा ढालीए, किश लाहे उपर घाली। 21ਵੀਂ पौड़ी आसा दी वार दी जदों भाई जोध जी दे कोलों सुनी, भाई लैणा जी ने गुरु नानक साहब जी दे चरणों में भाई लैणा जी पहुँच गए। जदों गुरु नानक साहब जी के चरणों च पहुँचे ने, मेरे साहब ने गुरु पूरा मिल गया, तो अंदर दा पिया होया अमृत जिहड़ा सी ना कुंट, जिहड़ा देवी देवता ना कोई विखा सकिया, गुरु नानक देव महाराज जी ने उस अंदर दे कुंट दे नाल भाई लैणे दी अजे ही सांझ पवाई। दिन रात उस अंदर दे अमृत नूं छकदियां छकदियां अमृत का रूप ही हो गया। तो गुरु नानक साहब महाराज ने अपनी गद्दी अपनी जगह भाई लैणा जी नूं दे के कह दिता, तू तो मेरे एक शरीर का हिस्सा ही बन गया लैणिया, तो इत्थों ना बनाता अंगद, तू मेरे शरीर का एक अंग हिस्सा ही बन गया।
ਇਹਦਾ ਮਤਲਬ ਇਹ ਹੋਇਆ ਕਿ ਭਾਈ ਲਹਿਣਾ ਜਿੰਨਾ ਚਿਰ ਪੂਰੇ ਗੁਰੂ ਕੋਲੇ ਨਹੀਂ ਗਿਆ ਉਹਨਾਂ ਚਿਰ ਉਹਦੇ ਅੰਦਰ ਦਾ ਜਿਹੜਾ ਪਿਆ ਹੋਇਆ ਅੰਮ੍ਰਿਤ ਸੀ ਨਹੀਂ ਕੋਈ ਵਿਖਾ ਸਕਿਆ। ਪਰ ਜਿਸ ਵੇਲੇ ਪੂਰੇ ਸਤਿਗੁਰੂ ਮਿਲ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ, ਤੇ ਗੁਰਮੁਖੋ ਜੀਵਨ ਵੇਖ ਲਓ, ਇੱਕ ਆਮ ਸਧਾਰਨ ਲਹਿਣਾ ਜਿਹੜਾ ਸੀ ਗੁਰੂ ਨਾਲ ਜੁੜ ਕੇ ਤੇ ਗੁਰੂ ਪਦਵੀ ਨੂੰ ਪ੍ਰਾਪਤ ਕਰ ਗਿਆ। ਅੱਜ ਦੀ ਸ਼ਬਦ ਵਿੱਚ ਇੱਕ ਪੰਕਤੀ ਗੁਰੂ ਸਾਹਿਬ ਨੇ ਵਰਤੀ ਹੈ ਕਿ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਅੱਜ ਦੇ ਸ਼ਬਦ ਵਿੱਚ ਵੀ ਪੰਕਤੀ ਹੈ ਕਿ ਸੇਵਕ ਜਿਹੜਾ ਸੇਵਕ ਹੈ, ਜੇ ਸੱਚਮੁੱਚ ਹੀ ਗੁਰੂ ਤੇ ਭਾਣੇ ਦੀ ਰਜ਼ਾ ਨੂੰ ਸਮਝ ਲਵੇ ਤੇ ਉਹ ਗੁਰੂ ਦਾ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਤੇ ਭਾਈ ਲਹਿਣਾ ਸੱਚਮੁੱਚ ਹੀ ਗੁਰੂ ਦਾ ਰੂਪ ਬਣ ਗਏ। ਜਦੋਂ ਅਸੀਂ ਬਾਬਾ ਅਮਰਦਾਸ ਜੀ ਵੱਲੇ ਤੱਕਦੇ ਹਾਂ, ਕਿਉਂਕਿ ਸਾਖੀਆਂ ਜ਼ਿਆਦਾ ਨਹੀਂ ਮੈਂ ਲੈਣੀਆਂ, ਸਿਰਫ ਸੰਖੇਪ ਜਿਹਾ ਜ਼ਿਕਰ ਕਰਨਾ ਹੈ ਤਾਂ ਕਿ ਸਾਖੀਆਂ ਤਾਂ ਅਸੀਂ ਕਈ ਵਾਰ ਸੁਣਦੇ ਵੀ ਹਾਂ। ਜਦੋਂ ਬਾਬਾ ਅਮਰਦਾਸ ਜੀ ਹਰਿਦੁਆਰ ਦੀ ਯਾਤਰਾ, ਵੇਖੋ ਧਾਰਮਿਕ ਕਰਮ ਧਰਮ ਤਾਂ ਸਾਰੇ ਭਾਈ ਲਹਿਣੇ ਨੇ ਵੀ ਕੀਤੇ ਤੇ ਬਾਬਾ ਅਮਰਦਾਸ ਜੀ ਨੇ ਵੀ ਕੀਤੇ। 62 ਸਾਲ ਉਮਰ ਹੋ ਗਈ ਤੇ 21 ਵਾਰ ਹਰਿਦੁਆਰ ਦੀ ਯਾਤਰਾ। ਤੇ ਗੁਰਮੁਖੋ ਸਾਲ 'ਚ ਕਈ ਵਾਰ 2-2 ਵਾਰ ਵੀ ਚਲੇ ਜਾਂਦੇ ਸਨ। ਤੇ ਜਦੋਂ ਅੱਜ ਇੱਕ ਮਹਾਤਮਾ ਨੇ ਗੱਲ ਕਹਿ ਦਿੱਤੀ ਕਿ ਤੇਰਾ ਨਗੁਰੇ ਦਾ ਸੰਗ ਹੋ ਗਿਆ ਹੈ, ਬਸ ਇੰਨੀ ਚੋਟ ਵੱਜੀ ਤੇ ਸਮਝ ਲਓ ਉਸੇ ਵੇਲੇ ਮਨ 'ਚ ਆ ਗਿਆ, ਮਨਾ 62 ਸਾਲ ਦੀ ਉਮਰ ਹੈ ਤੇ ਨਗੁਰਾ ਹੀ ਤੁਰਿਆ ਫਿਰਦਾ ਹੈ। ਇਹਨਾਂ ਕਰਮ ਧਰਮ ਕੀਤੇ, ਧਾਰਮਿਕ ਸਥਾਨਾਂ ਤੇ ਯਾਤਰਾ ਵੀ ਕੀਤੀ, ਕੀ ਤੇਰਾ ਲਾਭ ਹੋਇਆ? ਮੈਂ ਕਹਿੰਦਾ ਪਤਾ ਕੋਈ ਨਹੀਂ ਹੁੰਦਾ ਕਿਹੜੇ ਵੇਲੇ ਗੁਰੂ ਦੇ ਸ਼ਬਦ ਦੀ ਕੋਈ ਚੋਟ ਵੱਜ ਜਾਏ ਤੇ ਜੀਵਨ ਬਦਲ ਜਾਏ। ਪਰ ਹਰ ਇਨਸਾਨ ਇਹ ਮਹਿਸੂਸ ਕਰੇ ਕਿ ਜੋ ਗੁਰੂ ਦਾ ਸ਼ਬਦ ਹੈ ਮੇਰੇ ਵਾਸਤੇ ਹੈ। ਹਰ ਇਨਸਾਨ ਮਹਿਸੂਸ ਕਰੇ ਕਿ ਜੋ ਗੁਰੂ ਦਾ ਬਚਨ ਹੈ ਵੀ ਮੈਨੂੰ ਹੀ ਕਿਹਾ ਜਾ ਰਿਹਾ ਹੈ। ਹਰ ਇਨਸਾਨ ਆਪਣੇ ਤੇ ਲਵੇ, ਕਥਾ ਕਰਨ ਵਾਲਾ ਆਪਣੇ ਤੇ ਲਵੇ, ਸੁਣਨ ਵਾਲਾ ਆਪਣੇ ਤੇ ਲਵੇ ਕਿ ਹਰ ਬਚਨ ਗੁਰੂ ਸਾਹਿਬ ਮੈਨੂੰ ਹੀ ਕਹਿ ਰਹੇ ਨੇ, ਮੇਰੇ ਵਾਸਤੇ ਹੀ ਵਰਤ ਰਹੇ ਨੇ ਸ਼ਬਦ। ਫਿਰ ਜੀਵਨ ਦੇ ਵਿੱਚ ਪਲਟਾ ਆਉਂਦਾ, ਫਿਰ ਜੀਵਨ ਬਦਲ ਜਾਂਦਾ ਹੈ। ਜਦੋਂ ਸ਼ਬਦ ਇਹ ਵੱਜ ਗਿਆ ਕਿ ਤੂੰ ਨਿਗੁਰਾ ਹੈ, ਤੇ ਗੁਰਮੁਖੋ ਘਰੇ ਆਏ ਨੇ, ਸਾਰੀ ਰਾਤ ਹੀ ਨਹੀਂ ਸੁੱਤੇ, ਇਹੋ ਹੀ ਮਨ ਵਿੱਚ ਬਾਰ-ਬਾਰ ਚਿੰਤਾ, ਉਹ ਮਨਾ 62 ਸਾਲ ਦੀ ਉਮਰ ਹੋ ਗਈ ਤੇ ਤੂੰ ਨਗੁਰਾ ਹੀ ਅਖਵਾ ਲਿਆ ਹੈ। ਇਹਦਾ ਮਤਲਬ ਹੋ ਗਿਆ ਕਿ ਗੁਰੂ ਦੀ ਲੋੜ ਦਾ ਬਾਬਾ ਅਮਰਦਾਸ ਨੂੰ ਪਤਾ ਚੱਲਿਆ ਵੀ ਕਿੰਨੀ ਕੁ ਲੋੜ ਹੁੰਦੀ ਗੁਰੂ ਦੀ, ਉਹਦੇ ਤੋਂ ਬਿਨਾਂ ਜੀਵਨ ਅਧੂਰਾ ਹੈ। ਤੇ ਗੁਰਮੁਖੋ ਬੀਬੀ ਅਮਰੋ ਜੀ ਨੇ ਬਾਣੀ ਦੇ ਸ਼ਬਦ ਪੜ੍ਹੇ। ਗੁਰੂ ਅੰਗਦ ਸਾਹਿਬ ਦੀ ਪੁੱਤਰੀ ਹੈ ਤੇ ਬਾਬਾ ਅਮਰਦਾਸ ਜੀ ਦੇ ਭਤੀਜਿਓ ਨੂੰਹ ਹੈ। ਬਾਣੀ ਦਾ ਪਾਠ ਕੀਤਾ, ਬਾਣੀ ਦਾ ਜਾਪ ਕੀਤਾ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਚੱਲ ਧੀਏ ਮੈਨੂੰ ਲੈ ਜਾ ਉਸ ਗੁਰੂ ਦੇ ਕੋਲੇ ਜਿਸ ਗੁਰੂ ਦੀ ਇਹ ਬਾਣੀ ਹੈ, ਜਿਹੜੀ ਇਹਨਾਂ ਅੰਦਰ ਨੂੰ ਠੰਡ ਦਿੰਦੀ ਹੈ, ਜਿਹੜਾ ਅੰਦਰ ਨੂੰ ਇੰਨਾ ਟਿਕਾ ਦਿੰਦੀ, ਅੰਦਰ ਨੂੰ ਇੰਨਾ ਰਸ ਦਿੰਦੀ ਹੈ, ਮੈਨੂੰ ਉਸ ਗੁਰੂ ਕੋਲੇ ਲੈ ਕੇ ਜਾ। ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਲੈ ਕੇ ਆਏ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਦਿੱਤਾ, ਦਾਤਾ ਅੱਜ ਕੋਈ ਰਿਸ਼ਤੇਦਾਰੀ ਦੇ ਤੌਰ ਤੇ ਨਹੀਂ ਆਇਆ, ਅੱਜ ਤੇ ਨਿਮਾਣਾ ਜਿਹਾ ਸਿੱਖ ਬਣ ਕੇ ਆਇਆ, ਤੇਰੇ ਕੋਲੋਂ ਦਾਤ ਲੈਣ ਵਾਸਤੇ ਆਇਆ ਸਿੱਖੀ ਦੀ। ਵੇਖੋ ਇੱਥੇ ਉਮਰ ਦਾ ਹਿਸਾਬ ਕੋਈ ਨਹੀਂ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲੋਂ ਉਮਰ ਵਿੱਚ ਕਾਫੀ ਵੱਡੇ ਨੇ ਤੇ ਗੁਰਮੁਖੋ ਰਿਸ਼ਤੇਦਾਰੀ ਵਿੱਚ ਵੀ ਕੁੜਮਾਚਾਰੀ ਹੈ। ਅੱਜ ਤਾਂ ਲੋਕੀ ਇਦਾਂ ਦੀਆਂ ਗੱਲਾਂ ਕਰਦੇ ਨੇ, ਵੇਖੋ ਜੀ ਕੁੜੀ ਵਾਲਿਆਂ ਦੇ ਸਿਰ ਨੀਵੇਂ ਹੁੰਦੇ ਆ। ਇਹ ਪਤਾ ਨਹੀਂ ਕਿੱਥੋਂ ਨਵੀਆਂ ਹੀ ਗੱਲਾਂ ਨਿਕਲ ਆਈਆਂ, ਕੁੜੀਆਂ ਵਾਲਿਆਂ ਦੇ ਜੀ ਸਿਰ ਨੀਵੇਂ ਹੁੰਦੇ ਆ। ਬਾਬਾ ਅਮਰਦਾਸ ਦਾ ਜੀਵਨ ਤੱਕੋ। ਬਾਬਾ ਅਮਰਦਾਸ ਮਹਾਰਾਜ ਜੀ ਲੜਕੇ ਵਾਲੇ ਬੰਨਿਓ ਨੇ, ਪਰ ਉਹਨਾਂ ਨੇ ਜਾ ਕੇ ਕੀ ਕਿਹਾ ਗੁਰੂ ਅੰਗਦ ਦੇਵ ਜੀ ਨੂੰ? ਉਹਨਾਂ ਦੇ ਚਰਨਾਂ ਤੇ ਢਹਿ ਪਏ, ਦਾਦਾ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਨਿਮਾਣਾ ਜਿਹਾ ਸਿੱਖ ਬਣ ਕੇ ਆਇਆ ਹਾਂ। ਇਹ ਪੂਰਨੇ ਸਾਡੇ ਵਾਸਤੇ ਗੁਰੂ ਸਾਹਿਬ ਪਾ ਕੇ ਗਏ ਨੇ। ਤੇ ਜਦੋਂ ਭਾਈ ਜੇਠਾ ਜੀ ਦਾ ਜੀਵਨ ਤੱਕੋ ਤੇ ਵੇਖੋ ਉਹ ਗੁਰੂ ਘਰ ਦੇ ਵਿੱਚ ਦਮਾਦ ਹੁੰਦਿਆਂ ਹੋਇਆਂ ਸਾਡੇ ਵਾਸਤੇ ਪੂਰਨੇ ਪਾ ਗਏ ਵੀ ਭਾਈ ਦਮਾਦ ਹੁੰਦਿਆਂ ਹੋਇਆਂ ਵੀ ਐਵੇਂ ਆਕੜ ਕੇ ਨਾ ਫਿਰੀਏ ਵੀ ਮੈਂ ਇਸ ਘਰ ਦਾ ਜਵਾਈ ਹਾਂ ਤੇ ਦਮਾਦ ਪਤਾ ਨਹੀਂ ਕੀ ਖੁਦਾ ਬਣ ਗਿਆ। ਗੁਰੂ ਸਾਹਿਬ ਮਹਾਰਾਜ ਨੇ ਸਾਡੇ ਵਾਸਤੇ ਪੂਰਨੇ ਪਾ ਦਿੱਤੇ। ਪਰ ਨਹੀਂ, ਸਮਾਜ ਅਜੇ ਇੰਨਾ ਪਛੜਿਆ ਹੋਇਆ ਹੈ, ਅਜੇ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਜਾਂਦੀਆਂ। ਲੋਕੀ ਭਾਵੇਂ ਪੜ੍ਹ ਲਿਖ ਵੀ ਕਿੰਨਾ ਜਾਂਦੇ ਨੇ, ਪਰ ਕਿਤੇ ਇਹ ਮਾਨਸਿਕਤਾ ਸਾਡੀ ਜਿਹੜੀ ਹੈ ਉਹ ਅਜੇ ਵੀ ਇੱਥੇ ਕਿ ਬੈਠੀ ਹੈ ਕਿ ਦੇਖੋ ਜੀ ਧੀਆਂ ਵਾਲਿਆਂ ਦੇ ਸਿਰ ਹੀ ਨੀਵੇਂ ਹੁੰਦੇ ਆ, ਧੀਆਂ ਵਾਲੇ ਤੇ ਐਵੇਂ ਆਪਣੇ ਆਪ ਨੂੰ ਨਿਮਾਣਾ ਜਿਹਾ ਨਤਾਣਾ ਜਿਹਾ ਕਹੀ ਜਾਣਾ ਵੀ ਕਾਹਦਾ ਸਿਰ ਨੀਵਾਂ ਹੁੰਦਾ। ਧੀ ਨੇ ਜਿਹਨੇ ਸਗੋਂ ਅਗਲਾ ਘਰ ਜਾ ਕੇ ਵਸਾਉਣਾ ਹੈ, 20 ਸਾਲ 25 ਸਾਲ ਇਸ ਘਰ ਵਿੱਚ ਰਹੀ, ਆਪਣਾ ਘਰ ਛੱਡ ਕੇ ਦੂਜੇ ਦੇ ਘਰ ਚਲੀ ਗਈ ਹੈ, ਤੇ ਦੱਸੋ ਉਹਨੂੰ ਕਹੀ ਜਾਣਾ ਕਿ ਲਓ ਜੀ ਅਸੀਂ ਤਾਂ ਨਿਮਾਣੇ ਆ ਜੀ, ਅਸੀਂ ਤਾਂ ਸਾਡਾ ਸਿਰ ਨੀਵਾਂ ਹੈ। ਇਹ ਗੱਲਾਂ ਸਮਾਜ ਵਿੱਚ ਗਲਤ ਪ੍ਰਚਾਰੀਆਂ ਗਈਆਂ ਨੇ। ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚ ਅਜਿਹੀ ਕੋਈ ਗੱਲ ਨਹੀਂ, ਤਾਂ ਨਾ ਸਿੱਖਾਂ ਨੂੰ ਕਦੀ ਇਹੋ ਜਿਹਾ ਸੋਚਣਾ ਚਾਹੀਦਾ। ਖੈਰ ਇਹ ਇੱਕ ਅਲੱਗ ਵਿਸ਼ਾ ਹੈ, ਮੈਂ ਆਪਣੇ ਪ੍ਰਕਰਨ ਵਿੱਚ ਹੀ ਰਹਾ। ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲੇ ਗਏ, ਦਾਤਾ ਮੇਰੇ 'ਤੇ ਕਿਰਪਾ ਕਰੋ। ਤੇ ਬਾਬਾ ਅਮਰਦਾਸ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਇਹੀ ਅੰਮ੍ਰਿਤ ਦਾ ਕੁੰਟ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਚਰਨਾਮਤ ਦੇ ਕੇ ਸਿੱਖ ਬਣਾ ਲਿਆ,
ਤੇ ਫਿਰ ਲੰਮਾ ਸੇਵਾ ਕਰਕੇ ਅੰਦਰ ਦਾ ਜਿਹੜਾ ਕੁੰਟ ਸੀ ਨਾ ਅੰਮ੍ਰਿਤ ਦਾ, ਉਹ ਗੁਰੂ ਰਾਹੀਂ ਪ੍ਰਗਟ ਹੋਇਆ। ਅੱਜ ਦਾ ਸ਼ਬਦ ਇਹੀ ਹੈ, ਅੱਜ ਦੇ ਸ਼ਬਦ ਦਾ ਭਾਵ ਅੰਦਰ ਦਾ ਪਿਆ ਹੋਇਆ ਅੰਮ੍ਰਿਤ ਗੁਰੂ ਰਾਹੀਂ ਹੀ ਪ੍ਰਗਟ ਹੋ ਸਕਦਾ ਹੈ। ਹੋਰ ਕੋਈ ਹੱਲ ਤੇ ਕੋਈ ਯਤਨ ਤੇ ਕੋਈ ਤਰੀਕਾ ਨਹੀਂ ਹੈ। ਬਾਬਾ ਅਮਰਦਾਸ ਨੇ ਲੰਮਾ ਸਮਾਂ ਸੇਵਾ ਕੀਤੀ ਤੇ ਗੁਰਮੁਖੋ ਗੁਰੂ ਪਦਵੀ ਨੂੰ ਪ੍ਰਾਪਤ ਕਰ ਗਏ। ਵੇਖੋ 62 ਸਾਲ ਦੀ ਉਮਰ 'ਚ ਗਏ, ਲਗਾਤਾਰ 10-12 ਸਾਲ ਸੇਵਾ ਕੀਤੀ ਤੇ ਬਾਬਾ ਅਮਰਦਾਸ ਜੀ 74 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠ ਕੇ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਇਸ ਮਿਸ਼ਨ ਨੂੰ ਅੱਗੇ ਤੋਰਿਆ। ਵੇਖੋ ਇੱਕ ਉਹ ਬਾਬਾ ਜਿਹਨੂੰ ਇਹ ਕਿਹਾ ਗਿਆ ਵੀ ਤੂੰ ਨਗੋਰਾ ਤੇਰਾ ਸੰਗ ਕਿਉਂ ਹੋ ਗਿਆ, ਅੱਜ ਉਸ ਬਾਬੇ ਦੇ ਚਰਨਾਂ ਉੱਤੇ ਇੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੁਨੀਆ ਆ ਕੇ ਉਹਦੇ ਚਰਨਾਂ ਤੇ ਝੁਕਦੀ ਹੈ ਤੇ ਉਹਨੂੰ ਇਹ ਕਹਿੰਦੀ ਹੈ ਦਾਤਾ ਮੇਰੇ ਤੇ ਵੀ ਕਿਰਪਾ ਕਰ, ਮੈਨੂੰ ਆਪਣਾ ਸਿੱਖ ਬਣਾ ਲੈ, ਮੇਰੇ ਅੰਦਰ ਵੀ ਪਿਆ ਹੋਇਆ ਅੰਮ੍ਰਿਤ ਦਾ ਕੁੰਟ ਮੈਨੂੰ ਵਿਖਾ ਦੇ। ਇਹਦਾ ਮਤਲਬ ਗੁਰੂ ਦੀ ਏਡੀ ਵੱਡੀ ਲੋੜ ਹੈ। ਅੱਜ ਜਦੋਂ ਅਸੀਂ ਗੁਰੂ ਦੀ ਲੋੜ ਦੀ ਗੱਲ ਕਰਦੇ ਹਾਂ ਤੇ ਅੰਮ੍ਰਿਤ ਛਕਣਾ ਕਹਿਣਾ ਪਏਗਾ। ਅੱਜ ਦੇ ਸਮੇਂ ਵਿੱਚ ਹੁਣ ਆਪਾਂ ਗੁਰੂ ਦੀ ਲੋੜ ਦੀ ਗੱਲ ਕਰਨੀ ਹੈ ਤੇ ਅੰਮ੍ਰਿਤ ਛਕਣਾ ਕਹਿਣਾ ਪਏਗਾ। ਭਈ ਹੁਣ ਗੁਰੂ ਵਾਲੇ ਬਣਨਾ ਹੈ ਤੇ ਉਹਦਾ ਤਰੀਕਾ ਅੰਮ੍ਰਿਤ ਛਕਣਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਪਰ ਦੁਨੀਆ ਸੌਖਾ ਕੰਮ ਭਾਲਦੀ ਹੈ ਵੀ ਉਹੋ ਜਿਹਾ ਬਾਬਾ ਨਾ ਸਾਨੂੰ ਕੋਈ ਮਿਲ ਜੇ ਜਿਹੜਾ ਅੰਮ੍ਰਿਤ ਨਾ ਛਕਣਾ ਪਵੇ ਤੇ ਉੱਦਾਂ ਹੀ ਸਾਨੂੰ ਕੋਈ ਕੰਨਾ ਮੰਨਾ ਘੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਕਹਿ ਦੇ, ਇਹੋ ਜਿਹਾ ਨਹੀਂ ਲੱਭ ਸਕਦਾ। ਤੇ ਇਹੋ ਜਿਹੇ ਮੁੜ ਕੇ ਫਰੀਜ਼ਰਾਂ 'ਚ ਪੈ ਰਹਿੰਦੇ ਹੁੰਦੇ ਆ 2-2 3-3 ਸਾਲ। ਇਹੋ ਜਿਹੇ ਮੁੜ ਕੇ ਆ ਨੱਚਣ ਵਾਲੀਆਂ ਨਾਲ ਡਾਂਸ ਕਰ ਕਰਕੇ ਫਿਲਮਾਂ ਹੀ ਬਣਾਉਂਦੇ ਹੁੰਦੇ ਆ। ਇਹੋ ਜਿਹੇ ਗੁਰੂਆਂ ਨੂੰ ਜਿਹੜਾ ਕੋਈ ਧਾਰਨ ਕਰਦਾ ਉਹ ਮੁੜ ਕੇ ਵੇਖ ਲਵੇ ਵੀ ਕੀ ਸਿੱਖਿਆ ਲੈਣੀ ਉਹਨਾਂ ਦੇ ਜੀਵਨ ਤੋਂ। ਉਹ ਮੁੜ ਕੇ ਬਲਾਤਕਾਰਾਂ ਦੇ ਕੇਸਾਂ 'ਚ ਜੇਲ੍ਹਾਂ 'ਚ ਰਹਿੰਦੇ ਆ, ਉਹ ਕਤਲਾਂ ਦੇ ਕੇਸਾਂ 'ਚ ਜੇਲ੍ਹਾਂ 'ਚ ਰੁਲਦੇ ਆ। ਉਹਨਾਂ ਨੂੰ ਵੇਖ ਲਵੇ ਦੁਨੀਆ ਸਾਰਾ ਕੁਝ ਸਾਹਮਣੇ ਹੀ ਹੈ ਨਾ। ਇਹੋ ਜਿਹੇ ਦੰਭੀ ਪਖੰਡੀ ਜਿਹੜੇ ਗੁਰੂ ਬਣੇ ਬੈਠੇ ਆ, ਉਹਨਾਂ ਦਾ ਜੋ ਹਸ਼ਰ ਲੋਕਾਂ ਦੇ ਸਾਹਮਣੇ ਉਹ ਸਾਰੇ ਦੇਖਦੇ ਪਏ ਆ। ਇਸੇ ਕਰਕੇ ਸਾਹਿਬ ਨੇ ਬਾਣੀ ਵਿੱਚ ਨਾਲ ਹੀ ਸੁਚੇਤ ਕਰ ਦਿੱਤਾ ਕਿ ਕਾਚੇ ਗੁਰ ਤੇ ਮੁਕਤ ਨਾ ਹੁਆ। ਭਈ ਕੱਚਾ ਗੁਰੂ ਜਿਹੜਾ ਹੈ ਉਹ ਮੁਕਤੀ ਨਹੀਂ ਕਦੀ ਦੇ ਸਕਦਾ। ਪਰ ਦੁਨੀਆ ਪਤਾ ਨਹੀਂ ਕਿਉਂ ਫਿਰ ਵੀ ਇਹਨਾਂ ਕੱਚਿਆਂ ਪਿੱਲਿਆਂ ਗੁਰੂਆਂ ਦੇ ਮਗਰ ਦੌੜੇ ਫਿਰਦੇ ਆ। ਕਹਿਣਗੇ ਜੀ ਬੜਾ ਇਕੱਠ ਹੋਇਆ ਜੀ, ਬੜੀ ਦੁਨੀਆ ਉਹਨਾਂ ਦੇ ਮਗਰ ਆ ਜੀ। ਤੇ ਗੁਰਮੁਖੋ ਗੱਲ ਇਕੱਠ ਜਾਂ ਦੁਨੀਆ ਮਗਰ ਦੀ ਨਹੀਂ ਹੈ। ਦੁਨੀਆ ਇਹ ਚਾਹੁੰਦੀ ਹੈ ਕਿ ਛੋਟ ਹੋਵੇ, ਜਿੱਥੇ ਸਾਨੂੰ ਕੁਝ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਨਾ ਹੋਵੇ, ਨਿਤਨੇਮ ਕਰਨ ਦੀ ਗੱਲ ਨਾ ਹੋਵੇ, ਜਿੱਥੇ ਕਕਾਰ ਧਾਰਨ ਕਰਨ ਦੀ ਗੱਲ ਨਾ ਹੋਵੇ, 5 ਰਹਿਤਾਂ ਦੀ ਗੱਲ, 4 ਬਜਰਕ ਰਹਿਤਾਂ ਦੀ ਗੱਲ, ਇਹ ਨਾ ਸਾਰਾ ਕੁਝ ਹੋਵੇ। ਉੱਦਾਂ ਹੀ ਸਾਨੂੰ ਕੋਈ ਗੁਰੂ ਇਸ ਤਰ੍ਹਾਂ ਦਾ ਮਿਲ ਜਾਵੇ, ਕਵੀ ਕਹਿ ਦੇਵੇ ਬਸ ਸਾਰਾ ਕੁਝ ਕਰੀ ਜਾਓ, ਤੁਸੀਂ ਜੋ ਮਰਜ਼ੀ ਕਰੀ ਜਾਓ, ਮੈਨੂੰ ਇੱਕ ਵਾਰ ਧਾਰਨ ਕਰ ਲਓ, ਤੁਸੀਂ ਮੇਰੇ ਤੋਂ ਮੰਤਰ ਲੈ ਜਾਓ, ਸ਼ਬਦ ਲੈ ਜਾਓ, ਤੁਹਾਡਾ ਪਾਰ ਉਤਾਰਾ ਹੋ ਜਾਣਾ। ਸਾਰੀ ਜ਼ਿੰਦਗੀ ਬੰਦੇ ਉਹਨਾਂ ਗੁਰੂਆਂ ਨੂੰ ਆਪਣਾ ਸਾਰਾ ਕੁਝ ਲਟਾਈ ਜਾਂਦੇ ਹੈ ਤੇ ਆਖਰਕਾਰ ਲੁੱਟ ਘਸੁੱਟ ਉਹਨਾਂ ਗੁਰੂਆਂ ਨੇ ਇਹਨਾਂ ਲੋਕਾਂ ਦੀ ਕਰ ਲਈ। ਨਾ ਇਹਨਾਂ ਦੇ ਪੱਲੇ ਕੁਝ ਪਿਆ ਲੋਕਾਂ ਦੇ, ਨਾ ਗੁਰੂ ਦੇ ਪੱਲੇ, ਨਾ ਕੋਈ ਚੇਲਿਆਂ ਦੇ ਪੱਲੇ ਕੁਝ ਪਿਆ। ਐਸਾ ਜਗਤ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ। ਜਿੱਥੇ ਅਸੀਂ ਪੂਰੇ ਸਮਰੱਥ ਗੁਰੂ ਦੀ ਗੱਲ ਕਰਦੇ ਹਾਂ, ਉੱਥੇ ਕੱਚਿਆਂ ਪਿੱਲਿਆਂ ਅਧੂਰਿਆਂ ਤੋਂ ਵੀ ਬਚਣ ਦੀ ਲੋੜ ਹੈ। ਜਿਨ੍ਹਾਂ ਦੇ ਮਗਰ ਦੁਨੀਆ ਜਾ ਕੇ ਆਪਣੀ ਜ਼ਿੰਦਗੀ ਆਪਣਾ ਜੀਵਨ ਬਰਬਾਦ ਕਰ ਜਾਂਦੀ ਹੈ, ਉੱਥੋਂ ਮਿਲਦਾ ਕੁਝ ਨਹੀਂ, ਲਾਭ ਕੁਝ ਨਹੀਂ ਹੁੰਦਾ। ਇੱਕ ਉਦਾਹਰਨ ਦੇ ਕੇ ਫਿਰ ਮੈਂ ਇਸੇ ਸ਼ਬਦ ਉੱਤੇ ਆ ਜਾਵਾਂ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਕਹਿੰਦੇ ਜੇ ਕੋਈ ਕੱਚਿਆਂ ਪਿੱਲਿਆਂ ਨੂੰ ਆਪਣਾ ਗੁਰੂ ਬਣਾਉਂਦਾ ਹੈ, ਕਿਉਂਕਿ ਅੰਦਰ ਦਾ ਜਿਹੜਾ ਅੰਮ੍ਰਿਤ ਕੁੰਟ ਹੈ ਉਹ ਕੱਚਾ ਗੁਰੂ ਨਹੀਂ ਸਾਨੂੰ ਵਿਖਾ ਸਕਦਾ। ਉਹ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਹੀ ਆਉਣਾ ਪਏਗਾ। ਉਹ ਤਾਂ ਖੰਡੇ ਬਾਟੇ ਦੀ ਪੌੜ ਲੈ ਕੇ ਕਿਰਪਾ ਹੋ ਸਕਦੀ ਹੈ। ਫਿਰ ਮੈਂ ਥੋੜ੍ਹਾ ਜਿਹਾ ਇਸੇ ਵਿਸ਼ੇ ਨੂੰ ਅੱਗੇ ਲੈ ਕੇ ਚੱਲਾਂਗਾ ਕਿ ਕਿਸ ਤਰ੍ਹਾਂ ਜਿਹੜੇ ਸਮਰੱਥ ਗੁਰੂ ਨਾਲ ਜੁੜੇ ਤੇ ਰਹਿਮਤਾਂ ਕਿੰਨੀਆਂ ਵਰਤੀਆਂ। ਇੱਕ ਪੌੜੀ ਪਹਿਲਾਂ ਭਾਈ ਗੁਰਦਾਸ ਜੀ ਦੀ ਆਪਾਂ ਸਾਂਝੀ ਕਰ ਲਈਏ। ਕੱਚਿਆਂ ਪਿੱਲਿਆਂ ਅਧੂਰਿਆਂ ਗੁਰੂ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਉਚਾਰਨ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਿੰਬਲ ਰੁੱਖ ਦੀ ਉਦਾਹਰਨ ਦਿੰਦਿਆਂ ਹੋਇਆਂ, ਉੱਚਾ ਲੰਮਾ ਝੰਟਲਾ ਵਿੱਚ ਬਾਗ ਦਸੰਦਾ, ਮੋਟਾ ਮੁੱਢ ਪਤਾਲ ਜੜ ਬਹੁ ਗਰਭ ਕਰੰਦਾ। ਭਾਈ ਸਾਹਿਬ ਕਹਿੰਦੇ ਪੱਤ ਸਪੱਤਰ ਸੋਹਣੇ ਵਿਸਥਾਰ ਬਣੰਦਾ, ਤੇ ਫੁੱਲ ਫਿੱਕੇ ਫਲ ਬਕ ਬਕੇ ਹੋਏ ਅਫਲ ਫਲੰਦਾ। ਸਾਵਾ ਤੋਤਾ ਚੁਹ ਚੁਹਾ ਤਿਸ ਦੇਖ ਭੁਲੰਦਾ, ਪਿੱਛੋਂ ਦੇ ਪਛਤਾਏ ਦਾ ਉਹ ਫਲ ਨਾ ਲਹੰਦਾ। ਇਹਦੇ ਅਰਥ ਇਹ ਬਣੇ, ਭਾਈ ਸਾਹਿਬ ਕਹਿੰਦੇ ਨੇ ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਲੰਮਾ ਹੈ ਤੇ ਭਾਈ ਸਾਹਿਬ ਕਹਿੰਦੇ ਬੜਾ ਉਹਦਾ ਵਿਸਥਾਰ ਹੈ, ਉਹਨੂੰ ਫਲ ਵੀ ਲੱਗਦੇ ਆ, ਫੁੱਲ ਵੀ ਲੱਗਦੇ ਆ, ਬੜਾ ਸੋਹਣਾ ਲੱਗਦਾ ਵੇਖਣ ਵਿੱਚ। ਤੇ ਭਾਈ ਗੁਰਦਾਸ ਕਹਿੰਦੇ ਉਹਨੂੰ ਵੇਖ ਕੇ ਤੋਤਾ ਆਇਆ, ਉਹਨੇ ਉਹਦੇ ਫਲ ਵੇਖੇ, ਆ ਕੇ ਉੱਤੇ ਬੈਠ ਗਿਆ। ਜਿਉਂ ਹੀ ਉਸ ਫਲ ਵਿੱਚ ਚੁੰਝ ਮਾਰੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਤੋਤੇ ਨੂੰ ਉੱਥੋਂ ਕੁਝ ਵੀ ਨਾ ਮਿਲਿਆ, ਨਿਰਾਸ਼ ਹੋ ਕੇ ਮੁੜ ਗਿਆ। ਉਹ ਆਪਣੇ ਵੱਲੋਂ ਤਾਂ ਆਇਆ ਸੀ ਵੀ ਫਲ ਬੜੇ ਸੋਹਣੇ ਐ, ਇਹਨਾਂ ਵਿੱਚ ਕੋਈ ਮਿਠਾਸ ਹੋਏਗੀ, ਕੋਈ ਰਸ ਹੋਏਗਾ। ਭਾਈ ਸਾਹਿਬ ਜੀ ਕਹਿੰਦੇ ਨੇ ਉਹਨੂੰ ਕੁਝ ਵੀ ਨਾ ਮਿਲਿਆ। ਇਹ ਹੈ ਕੱਚਿਆਂ ਪਿੱਲਿਆਂ ਅਧੂਰਿਆਂ ਦੀ ਗੱਲ ਕਿ ਜੇ ਉੱਥੇ ਲੋਕ ਜਾਂਦੇ ਆ ਤੇ ਉਹਨਾਂ ਦੀ ਹਾਲਤ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਉਸ ਤੋਤੇ ਨੂੰ ਆ ਕੇ ਉਸ ਦਰਖਤ ਉੱਤੇ ਬਹਿ ਕੇ ਪਛਤਾਉਣਾ ਪਿਆ, ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ।
ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪੂਰੇ ਗੁਰੂ ਦੀ ਗੱਲ, ਇਹ ਵੀ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆਪਾਂ ਸਾਂਝੀ ਕਰ ਲਈਏ। ਭਾਈ ਸਾਹਿਬ ਜੀ ਕਹਿੰਦੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੇ ਮਨੂਰ ਮਲੀਣਾ। ਇਹਦੇ 'ਚ ਸਮਰੱਥ ਗੁਰੂ ਦੀ ਗੱਲ ਕੀਤੀ, ਪੂਰੇ ਗੁਰੂ ਦੀ ਗੱਲ ਕੀਤੀ। ਭਾਈ ਸਾਹਿਬ ਕਹਿੰਦੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੇ ਮਨੂਰ ਮਲੀਣਾ, ਸਤਿਗੁਰ ਬਾਮਨ ਚੰਦਨੋ ਵਾਸ ਸੁਵਾਸ ਕਰੇ ਲਾਕੀਣਾ, ਸਤਿਗੁਰ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਣਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਣਾ, ਸਤਿਗੁਰ ਦਰਿਆਓ ਕਾਗੋਂ ਹੰਸ ਜਲੋਂ ਦੁੱਧ ਪੀਣਾ। ਵੀ ਇਸ ਗੁਰੂ ਕੋਲੇ ਕੋਈ ਆਉਂਦਾ ਹੈ, ਇਹ ਉਸ ਨੂੰ ਪਾਰਸ ਦੀ ਤਰ੍ਹਾਂ ਬਣਾ ਦਿੰਦਾ ਹੈ। ਇਹਦੇ ਕੋਲੇ ਕੋਈ ਆਵੇ, ਇਹ ਮਹਾਨ ਬਾਮਣ ਚੰਦਨ ਦੀ ਤਰ੍ਹਾਂ ਹੈ, ਜਿਹੜਾ ਜੀਵ ਦੇ ਅੰਦਰ ਸੁਗੰਧੀ ਪੈਦਾ ਕਰ ਦਿੰਦਾ ਹੈ। ਇਹ ਗੁਰੂ ਪਾਰ ਜਾਤ ਦੀ ਤਰ੍ਹਾਂ ਹੈ, ਜਿਹਦਾ ਸਿੰਬਲ ਵਰਗੇ ਜੀਵਨ ਵਿੱਚੋਂ ਵੀ ਰਸ ਪੈਦਾ ਕਰ ਦਿੰਦਾ। ਇਹ ਤਾਂ ਇਹੋ ਜਿਹਾ ਦਰਿਆ ਹੈ, ਇੱਥੇ ਕਾਂ ਤੇ ਬੰਗਲਾ ਵੀ ਆਵੇ ਹੰਸ ਬਣ ਕੇ ਚਲਿਆ ਜਾਂਦਾ। ਇਹ ਉਸ ਗੁਰੂ ਦੀ ਗੱਲ ਹੈ। ਤੇ ਪਰ ਇਸ ਨਾਲ ਜੁੜਨ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਈ ਸਮਰੱਥ ਗੁਰੂ ਨਾਲ ਜੁੜਾਂਗੇ ਫਿਰ ਕੀ ਰਹਿਮਤ ਹੋਵੇਗੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ। ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ। ਇਹ ਜਿਹੜਾ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਨਾ, ਸਾਹਿਬ ਕਹਿੰਦੇ ਸਦਾ ਹੀ ਸੁਖ ਦੇਣ ਵਾਲਾ, ਅੰਤ ਸਮੇਂ ਤੇ ਵੀ ਸਹਾਈ ਇਹੀ ਹੁੰਦਾ ਹੈ। ਤੇ ਸਾਹਿਬ ਕਹਿੰਦੇ ਨੇ ਬਾਜ ਗੁਰੂ ਜਗਤ ਬੌਰਾਨਾ ਨਾਮੈ ਸਾਰ ਨ ਪਾਈ। ਪਰ ਜਗਤ ਬੌਰਿਆਂ ਦੀ ਤਰ੍ਹਾਂ, ਕਮਲਿਆਂ ਦੀ ਤਰ੍ਹਾਂ, ਝੱਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਹੈ। ਬਾਜ ਗੁਰੂ, ਗੁਰੂ ਤੋਂ ਬਿਨਾਂ। ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਰੋਜ਼ ਹੀ ਆਪਾਂ ਬਚਨ ਸੁਣਦੇ ਹਾਂ। ਸਾਹਿਬ ਕਹਿੰਦੇ ਜੇ ਸੋ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੱਕ ਕਾਰ ਸੇਵਾ ਵਾਲੇ ਬਾਬੇ ਹੋਏ ਨੇ, ਬਾਬਾ ਗੁਰਮੁਖ ਸਿੰਘ, ਜਿਨ੍ਹਾਂ ਤੋਂ ਇਹ ਕਾਰ ਸੇਵਾ ਦਾ ਆਰੰਭ ਹੋਇਆ ਹੈ। ਚੰਗੇ ਵਧੀਆ ਜੀਵਨ ਵਾਲੇ ਸਨ, ਅੱਜ ਵਰਗੇ ਨਹੀਂ ਜਿਸ ਤਰ੍ਹਾਂ ਦੇ ਅੱਜ ਬਾਬਿਆਂ ਨੇ ਲੁੱਟ ਖਸੁੱਟ ਮਚਾਈ ਹੈ, ਇੱਦਾਂ ਦੇ ਨਹੀਂ। ਉਹ ਚੰਗੇ ਜੀਵਨ ਵਾਲੇ ਸਨ ਤੇ ਸਾਦਾ ਰਹਿਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾਵੇਂ ਉਹਨਾਂ ਨੂੰ ਕੋਈ ਕਥਾ ਵਿਖਿਆਨ ਤਾਂ ਨਹੀਂ ਸੀ ਉਹ ਕਰਦੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ, ਅੰਮ੍ਰਿਤ ਸੰਚਾਰ ਕਰਾਉਣੇ ਤੇ ਅੰਮ੍ਰਿਤ ਸੰਚਾਰ ਕਰਵਾ ਕੇ ਕਥਾ ਦੇ ਸਮਾਗਮ ਰਚਾਉਣੇ, 4-5 ਦਿਨ ਹਫ਼ਤਾ ਸਮਾਗਮ ਰਚਾਉਣੇ, ਫਿਰ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ ਤੇ ਗੁਰੂ ਵਾਲੇ ਬਣਾਉਣਾ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਦੇ ਕੋਲੇ ਇੱਕ ਮਾਤਾ ਚਲੀ ਗਈ, ਜਿਹਦੀ ਉਮਰ ਲਗਭਗ ਕੋਈ 50-60 ਸਾਲ ਦੇ ਕਰੀਬ ਸੀ। ਤੇ ਜਾ ਕੇ ਬਾਬਾ ਗੁਰਮੁਖ ਸਿੰਘ ਨੂੰ ਕਹਿੰਦੀ ਹੈ, ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਵਾਸਤੇ ਆਈ ਹਾਂ। ਤੇ ਬਾਬਾ ਗੁਰਮੁਖ ਸਿੰਘ ਉਹ ਬੜੇ ਖਲਾਸੇ ਜਿਹੇ ਸੁਭਾਅ ਦੇ ਤੇ ਕਹਿਣ ਲੱਗੇ ਉਸ ਮਾਤਾ ਨੂੰ ਕਿ ਬੀਬਾ ਐ ਮਾਈ ਤੇਰੀ ਉਮਰ ਤਾਂ 50 ਸਾਲ ਤੋਂ ਉੱਪਰ ਲੱਗਦੀ ਹੈ ਤੇ ਤੂੰ ਇਹਦਾ ਮਤਲਬ ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ, ਨਗੁਰੀ ਤੁਰੀ ਫਿਰਦੀ ਹੈ। ਇੰਨੀ ਉਮਰ ਹੋ ਗਈ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਵੀ ਗੁਰੂ ਵਾਲੇ ਬਣਨਾ ਚਾਹੀਦਾ। ਤੇ ਉਹ ਕਹਿੰਦੀ ਬਾਬਾ ਗੁਰਮੁਖ ਸਿੰਘ ਨੂੰ, ਕਹਿੰਦੀ ਬਾਬਾ ਜੀ ਮੈਂ ਗੁਰੂ ਧਾਰਨ ਕੀਤਾ ਸੀ ਛੋਟੀ ਜਿਹੀ ਸੀ, ਜਦੋਂ ਮੇਰੇ ਮਾਂ-ਬਾਪ ਲੈ ਕੇ ਗਏ ਸੀ ਮੈਨੂੰ, ਤੇ ਮੈਂ ਗੁਰੂ ਧਾਰਨ ਕੀਤਾ ਸੀ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਫਿਰ ਕੀ ਹੋ ਗਿਆ? ਕਹਿੰਦੀ ਉਹ ਗੁਰੂ ਨਾ ਥੋੜ੍ਹੇ ਕੁ ਸਮੇਂ ਬਾਅਦ ਹੀ ਚੜ੍ਹਾਈ ਕਰ ਗਿਆ, ਮਰ ਗਿਆ, ਰੱਬ ਨੂੰ ਪਿਆਰਾ ਹੋ ਗਿਆ, ਤੁਰ ਗਿਆ ਸੰਸਾਰ ਤੋਂ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਫਿਰ ਮੇਰਾ ਮਾਂ-ਬਾਪ ਇੱਕ ਹੋਰ ਗੁਰੂ ਕੋਲੇ ਲੈ ਕੇ ਗਿਆ, ਫਿਰ ਉਹਨੂੰ ਅਸੀਂ ਧਾਰਨ ਕੀਤਾ। ਤੇ ਬਾਬਾ ਜੀ ਕਹਿੰਦੇ ਫਿਰ ਕੀ ਹੋਇਆ? ਕਹਿੰਦੀ ਉਹ ਥੋੜ੍ਹੇ ਕੁ ਸਮੇਂ ਬਾਅਦ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ, ਮਰ ਗਿਆ ਉਹ ਵੀ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਫਿਰ ਮੇਰੀ ਸ਼ਾਦੀ ਹੋਈ, ਵਿਆਹ ਹੋਇਆ ਮੇਰਾ, ਤੇ ਫਿਰ ਅਸੀਂ ਦੋਨੋਂ ਜੀ ਗਏ, ਇੱਕ ਹੋਰ ਗੁਰੂ ਧਾਰਨ ਕੀਤਾ ਅਸੀਂ, ਤੀਜਾ ਗੁਰੂ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਫਿਰ ਤੀਜੇ ਗੁਰੂ ਨੂੰ ਕੀ ਹੋ ਗਿਆ? ਕਹਿੰਦੀ ਮੇਰੀ ਕਿਸਮਤ ਮਾੜੀ, ਕਹਿ ਲਓ, ਤੀਜਾ ਗੁਰੂ ਵੀ ਰੱਬ ਨੂੰ ਪਿਆਰਾ ਹੋ ਗਿਆ ਥੋੜ੍ਹੇ ਚਿਰ ਬਾਅਦ ਹੀ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਫਿਰ ਮਾਈ ਉਸ ਤੋਂ ਬਾਅਦ ਹੋਰ ਵੀ ਗੁਰੂ ਧਾਰਨ ਕੀਤਾ? ਕਹਿੰਦੀ ਹਾਂ, ਮੁੜ ਕੇ ਅਸੀਂ ਇੱਕ ਗੁਰੂ ਹੋਰ ਧਾਰਨ ਕੀਤਾ ਜਿਹੜਾ ਲੋਕਾਂ ਨੂੰ ਰੱਬ ਵਿਖਾਉਂਦਾ ਸੀ, ਉਹ ਵੀ ਅਸੀਂ ਧਾਰਨ ਕਰ ਲਿਆ। ਤੇ ਬਾਬਾ ਗੁਰਮੁਖ ਸਿੰਘ ਕਹਿਣ ਲੱਗੇ ਮਾਤਾ ਫਿਰ 4-5 ਗੁਰੂ ਤੋਂ ਧਾਰਨ ਕੀਤੇ, ਪੰਜਵੇਂ ਨੂੰ ਕੀ ਹੋ ਗਿਆ? ਕਹਿੰਦੀ ਕੀ ਦੱਸਾਂ, ਖੋਟੀ ਮੇਰੀ ਕਿਸਮਤ ਹੋ ਸਕਦੀ ਹੈ। ਇਹ ਤਾਂ ਮੈਂ ਕਹਾਂਗੀ ਨਾ ਵੀ ਮੇਰੀ ਕਿਸਮਤ ਖੋਟੀ ਕਹਿ ਲਓ ਕਿ ਮੇਰੇ ਕਰਮਾਂ ਸ਼ਾਇਦ ਗੁਰੂ ਹੀ ਇਹੋ ਜਿਹੇ ਮਿਲਦੇ ਹੈ, ਜਿਹਨੂੰ ਮੈਂ ਧਾਰਨ ਕਰਦੀ ਹਾਂ ਛੇਤੀ ਚੜ੍ਹਾਈ ਕਰ ਜਾਂਦਾ, ਰੱਬ ਨੂੰ ਪਿਆਰਾ ਹੋ ਜਾਂਦਾ। ਕਹਿੰਦੀ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ। ਤੇ ਬਾਬਾ ਜੀ ਹੱਸ ਕੇ ਕਹਿੰਦੇ ਫਿਰ ਹੁਣ ਛੇਵਾਂ ਤੇ ਮੈਂ ਹੀ ਹਾਂ, ਮੇਰੀ ਵਾਰੀ ਆਉਣ ਜਾਪਦੀ ਵੀ ਛੇਵਾਂ ਤੇ ਹੁਣ ਮੈਂ ਹੀ ਹਾਂ, ਮੈਨੂੰ ਗੁਰੂ ਧਾਰਨ ਕਰਕੇ ਮੈਨੂੰ ਵੀ ਰੱਬ ਨੂੰ ਪਿਆਰਾ ਕਰਨ ਆਈ ਹਾਂ। ਤੇ ਉਹ ਕਹਿੰਦੀ ਬਾਬਾ ਜੀ ਤੁਸੀਂ ਜੁਗ ਜੁਗ ਜੀਵ, ਤੁਸੀਂ ਕਾਹਨੂੰ ਮਰੋ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਜੇ ਗੁਰੂ ਹੀ ਉਹ ਮਿਲਾ ਦਿਆਂ ਵੀ ਜਿਹਨੇ ਰੱਬ ਨੂੰ ਪਿਆਰਾ ਹੀ ਨਹੀਂ ਹੋਣਾ, ਮਰਨਾ ਹੀ ਨਹੀਂ ਜਿਹਨੇ ਕਦੀ, ਉਹ ਗੁਰੂ ਮਿਲਾ ਦਈਏ। ਤੇ ਉਹ ਮਾਈ ਹੈਰਾਨ ਰਹਿ ਗਈ ਵੀ ਉਹ ਵੀ ਗੁਰੂ ਕੋਈ ਹੈ ਜਿਹੜਾ ਰੱਬ ਨੂੰ ਪਿਆਰਾ ਨਹੀਂ ਹੁੰਦਾ, ਭਾਵ ਕਿ ਮਰਦਾ ਨਹੀਂ ਜਿਹੜਾ। ਬਾਬਾ ਗੁਰਮੁਖ ਸਿੰਘ ਕਹਿਣ ਲੱਗੇ ਉਹ ਗੁਰੂ ਹੈ, ਪਰ ਇਹਦੇ ਧਾਰਨ ਕਰਨ ਦਾ ਤਰੀਕਾ ਉਹ ਨਹੀਂ ਜਿਹੜਾ ਤੂੰ ਪਹਿਲਾਂ ਧਾਰਨ ਕੀਤੇ, ਜਿਹੜੇ ਕੰਨਾਂ 'ਚ ਸ਼ਬਦ ਲੈ ਗਾਂ ਦੂਜੇ ਨੂੰ ਦੱਸਣਾ।
ਉਹ ਦੇਹਧਾਰੀ ਕਹਿੰਦੇ ਆ ਵੀ ਦੂਜੇ ਨੂੰ ਨਾ ਦੱਸਿਓ ਜੇ। ਮੈਨੂੰ ਉੱਥੇ ਮਾਲਟਨ ਗੁਰੂ ਘਰ ਕਥਾ ਕਰਦਿਆਂ ਨਾ ਇੱਕ ਬਜ਼ੁਰਗ ਮਿਲਿਆ, ਆਉਣਾ ਉਹਨੇ ਰੋਜ਼ ਹੀ ਕਥਾ ਸੁਣਨ, ਅਤੇ ਜਦੋਂ ਇਸ ਤਰ੍ਹਾਂ ਗੱਲ ਗੁਰੂ ਦੀ ਚੱਲਦੀ ਹੋਣੀ ਦੇਹਧਾਰੀਆਂ ਦੀ, ਉੱਥੇ ਵੀ ਮੈਂ ਪੂਰੀ ਗੱਲਬਾਤ ਜਿਹੜੀ ਹੈ ਮਾਲਟਨ ਗੁਰੂ ਘਰ ਤੋਂ ਵੀ ਕਰਦਾ ਰਿਹਾ ਹਾਂ। ਅਤੇ ਉਹਨੇ ਇੱਕ ਦਿਨ ਨਾ ਮੈਨੂੰ ਉਹ ਕਹਿਣ ਲੱਗਾ, ਕਹਿੰਦਾ ਬਾਬਾ ਜੀ ਤੁਸੀਂ ਜਦੋਂ ਗੁਰੂ ਦੀ ਗੱਲ ਕਰਦੇ ਹੋ ਤੁਸੀਂ ਕੱਚਿਆਂ ਪਿੱਲਿਆਂ ਵਿੱਚ ਕਹਿ ਦਿੰਦੇ ਹੋ ਕੱਚੇ ਪਿੱਲੇ ਗੁਰੂ। ਕੱਚਾ ਪਿੱਲਾ ਕਿਹਨੂੰ ਕਹਿੰਦੇ ਜੇ? ਅਤੇ ਮੈਂ ਕਿਹਾ ਤੂੰ ਨਾ ਸੁਣਨਾ ਚਾਹੁੰਦਾ ਮੇਰੇ ਕੋਲੋਂ? ਕੱਚੇ ਪਿੱਲੇ ਆ ਸਾਰੇ ਹੀ ਨੇ ਜਿਹੜੇ ਵਿੱਚ ਰਾਣਾ ਸਮਾਮੀ, ਨਿਰੰਕਾਰੀਏ, ਨੂਰ ਮਹਿਲੀਏ, ਢੇਸੀਆਂ ਵਾਲੇ, ਦੂਜਾ ਤੀਜਾ, ਇਹ ਸਾਰੇ ਉਹਦੇ 'ਚ ਆਉਂਦੇ ਨੇ। ਅਤੇ ਕਹਿੰਦਾ ਤੁਸੀਂ ਕਦੀ ਗਏ ਜੇ ਬਿਆਸਾ? ਮੈਂ ਕਿਹਾ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ, ਜਿਹੜਾ ਹੈ ਹੀ ਬੇਆਸ ਆ, ਮੈਂ ਉੱਥੇ ਕੀ ਜਾਣਾ? ਮੈਂ ਤਾਂ ਆਸ ਵਾਲੇ ਕੋਲੇ ਜਾਣਾ, ਜਿੱਥੋਂ ਆਸ ਹੀ ਕੋਈ ਨਹੀਂ ਉੱਥੇ ਜਾਣਾ ਕਾਹਦੇ ਵਾਸਤੇ ਹੈ? ਜਿਹਦਾ ਨਾਂ ਇਹ ਆ ਵੀ ਬੇਆਸ ਆ, ਉੱਥੇ ਆਸਾਂ ਕਿਵੇਂ ਪੂਰੀਆਂ ਹੋ ਸਕਦੀਆਂ? ਮੈਂ ਤਾਂ ਆਸ ਵਾਲੇ ਕੋਲੇ ਜਾਣਾ, ਮੈਨੂੰ ਬੇਆਸ ਕੋਲੇ ਜਾਣ ਦੀ ਲੋੜ ਨਹੀਂ ਹੈ। ਅਤੇ ਕਹਿੰਦਾ ਇੱਥੇ ਵੀ ਉਹਨਾਂ ਦਾ ਸਤਸੰਗ ਹੁੰਦਾ ਜੇ, ਅਤੇ ਕਦੇ ਜਾ ਕੇ ਵੇਖੋ। ਮੈਂ ਕਿਹਾ ਵੀ ਮੈਨੂੰ ਰੱਬ ਨਾ ਹੀ ਖੜੇ, ਤੁਸੀਂ ਮੈਨੂੰ ਕਿਉਂ ਕਹਿੰਦੇ ਹੋ? ਕਹਿੰਦਾ ਮੈਂ ਤਾਂ ਉੱਥੇ ਜਾਣਾ। ਮੈਂ ਬੜਾ ਹੈਰਾਨ ਹੋਇਆ। ਮੈਂ ਬਾਪੂ ਤੇਰੀ ਉਮਰ ਤਾਂ ਕਾਫੀ 70 ਸਾਲ ਦੇ ਕਰੀਬ ਲੱਗਦੀ ਹੈ, ਤੂੰ ਇੱਥੇ ਵੀ ਕਥਾ ਸੁਣਨ ਰੋਜ਼ ਆਉਂਦਾ ਹੈ? ਅਤੇ ਕਹਿੰਦਾ ਐਤਵਾਰ ਮੈਂ ਉੱਥੇ ਵੀ ਸਤਸੰਗ ਕਰਨ ਜਾਣਾ। ਅਤੇ ਮੈਂ ਉਹਨੂੰ ਫਿਰ ਪੁੱਛਿਆ, ਬਾਪੂ ਜੀ ਮੈਨੂੰ ਇੱਕ ਕਿਰਪਾ ਕਰਕੇ ਦੱਸੋ ਵੀ ਉਹ ਜਿਹੜਾ ਨਾਮ ਦਿੰਦੇ ਆ ਉਹ ਕਿਹੜਾ ਹੈ? ਕਹਿੰਦੇ ਉਹ ਨਹੀਂ ਦੱਸਣਾ। ਮੈਂ ਕਿਹਾ ਕਿਉਂ ਨਹੀਂ ਦੱਸਣਾ? ਕਹਿੰਦੇ ਸਾਨੂੰ ਮਨਾ ਕੀਤਾ ਹੈ। ਅਤੇ ਮੈਂ ਕਿਹਾ ਫਿਰ ਉਹ ਮੈਨੂੰ ਤਾਂ ਲੱਗਦਾ ਬੜੀ ਵੱਡੀ ਕੋਈ ਗਾਲ ਜਾਪਦੀ ਹੈ ਜਿਹੜੀ ਦੂਜੇ ਨੂੰ ਨਹੀਂ ਦੱਸੀ ਜਾ ਸਕਦੀ। ਇੱਧਰ ਤਾਂ ਕਿਹਾ ਗਿਆ ਵੀ ਆਪ ਜਪੋ ਅਵਰੈ ਨਾਮ ਜਪਾਵੋ ਕਿਹਾ ਗਿਆ। ਇੱਥੇ ਤਾਂ ਬਾਣੀ ਦੇ ਵਿੱਚ ਬਾਰ-ਬਾਰ ਗੁਰੂ ਸਾਹਿਬ ਕਹਿੰਦੇ ਆਪ ਜਪੋ ਅਤੇ ਦੂਜਿਆਂ ਨੂੰ ਵੀ ਜਪਾਵੋ। ਇੱਥੇ ਤਾਂ ਆਪ ਵੀ ਜਪਣਾ, ਦੂਜੇ ਨੂੰ ਵੀ ਜਪਾਉਣਾ ਮੈਨੂੰ ਲੱਗਦਾ ਹੈ। ਕਹਿੰਦਾ ਨਹੀਂ ਗਿਆਨੀ ਜੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਅਤੇ ਮੈਂ ਕਿਹਾ ਦੱਸਣ 'ਚ ਕੀ ਹੈ? ਕਹਿੰਦੇ ਨਹੀਂ ਉਹ ਫਿਰ ਸਾਨੂੰ ਕਿਹਾ ਗਿਆ ਜਦੋਂ ਕੰਨ 'ਚ ਮੰਤਰ ਦਿੰਦੇ ਹੈ ਵੀ ਜੇ ਗਾਂ ਦੱਸੋਗੇ ਤੁਹਾਨੂੰ ਕੋੜ ਹੋ ਜੂ। ਅਤੇ ਮੈਂ ਕਿਹਾ ਤੁਹਾਡੇ ਬਾਬੇ ਨੇ ਕੋਈ 10,000 20 ਲੱਖ 2 ਲੱਖ ਬੰਦੇ ਨੂੰ ਦਿੱਤਾ ਹੈ, ਅਤੇ ਜੋ 2 ਲੱਖ ਨੂੰ ਦੇ ਕੇ ਕੋੜ ਨਾਲ ਨਹੀਂ ਮਰਿਆ ਅਤੇ ਤੈਨੂੰ ਇੱਕ ਨਾ ਦੱਸਣ ਲੱਗਿਆ ਕੋੜ ਹੋ ਚੱਲਿਆ। ਉਹੋ ਜਿਹੇ ਮੰਤਰ ਸ਼ਬਦ ਨੂੰ ਕੀ ਕਰਨਾ ਜਿਹੜਾ ਕੋੜ ਹੀ ਪੈ ਜਾਵੇ। ਇਹੋ ਜਿਹੀਆਂ ਕਹਾਣੀਆਂ ਉਹਨਾਂ ਲੋਕਾਂ ਨੇ ਗੁੰਮਰਾਹ ਕਰਨ ਵਾਸਤੇ ਕੀਤੀਆਂ ਨੇ। ਖੈਰ ਬਾਬਾ ਜੀ ਕਹਿਣ ਲੱਗੇ ਮਾਤਾ ਉਹ ਗੁਰੂ ਮਿਲਾਉਣਾ ਹੈ ਪਰ ਕੰਨਾਂ 'ਚ ਮੰਤਰ ਨਹੀਂ ਉਹਨੇ ਦੇਣੇ। ਕਹਿੰਦੀ ਫੇਰ ਕਹਿੰਦੇ ਇੱਥੇ 2-4 ਦਿਨ ਸੇਵਾ ਕਰ, ਤੈਨੂੰ ਦੱਸਦੇ ਆ। ਸੇਵਾ ਕੀਤੀ, ਅੰਮ੍ਰਿਤ ਸੰਚਾਰ ਹੋਇਆ ਉੱਥੇ। ਆਉਂ ਉਸ ਮਾਈ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਗੁਰਮੁਖ ਸਿੰਘ ਉਸ ਮਾਤਾ ਨੂੰ ਜਦੋਂ ਮਿਲੇ, ਅੰਮ੍ਰਿਤ ਛਕ ਕੇ ਜਦੋਂ ਬਾਹਰ ਆਈ ਸੰਗਤ, ਅਤੇ ਬਾਬਾ ਜੀ ਉਸ ਮਾਈ ਨੂੰ ਕੋਲ ਸੱਦਦੇ ਨੇ। ਕਹਿੰਦੇ ਮਾਤਾ ਕੋਈ ਲੱਗੀ ਅੰਦਰ ਸਮਝ ਤੈਨੂੰ ਅੰਮ੍ਰਿਤ ਛਕ ਕੇ ਤੂੰ ਆਈ ਗੁਰੂ ਵਾਲੀ ਬਣ ਕੇ ਆਈ, ਕੋਈ ਲੱਗਾ ਅੰਦਰ ਪਤਾ? ਕਹਿਣ ਲੱਗੀ ਹਾਂ 5 ਪਿਆਰਿਆਂ ਨੇ ਮੈਨੂੰ ਇਹ ਗੱਲ ਕਹੀ ਹੈ, ਸਾਰੀ ਸੰਗਤ ਨੂੰ ਕਹੀ ਅੰਮ੍ਰਿਤ ਛਕਣ ਵਾਲਿਆਂ ਨੂੰ ਕਿ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਤੁਸੀਂ ਇਹਨਾਂ ਦੇ ਲੜ ਲੱਗੇ ਹੋ, ਅੱਜ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ। ਕਹਿੰਦੇ ਬਸ ਮਾਈ ਮੈਂ ਇਹੀ ਤੈਨੂੰ ਕਹਿਣਾ ਚਾਹੁੰਦਾ ਸੀ, ਤੈਨੂੰ ਉਸ ਗੁਰੂ ਦੇ ਲੜ ਲਾ ਦਿੱਤਾ ਹੈ ਜਿਹਦਾ ਰਹਿੰਦੀ ਦੁਨੀਆ ਤੱਕ ਪ੍ਰਕਾਸ਼ ਦਿਹਾੜਾ ਤੇ ਆਉਂਦਾ ਰਹਿਣਾ, ਕਦੀ ਜੋਤੀ ਨਹੀਂ ਆਉਣਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਮਨਾਇਆ ਜਾਏਗਾ ਇਸ ਗੁਰੂ ਦਾ, ਇਹਦਾ ਕਦੀ ਜੋਤ ਨਹੀਂ ਆਉਣਾ। ਤੇ ਲੈ ਮਾਤਾ ਹੁਣ ਤੂੰ ਤਾਂ ਸਮਾਂ ਆਏਗਾ ਆਪਣੇ ਸਮੇਂ ਮੁਤਾਬਕ ਰੱਬ ਨੂੰ ਪਿਆਰੀ ਹੋ ਜਾਣਾ ਹੀ, ਪਰ ਇਸ ਗੁਰੂ ਨੇ ਨਹੀਂ। ਪਰ ਇੱਕ ਗੱਲ ਮੈਂ ਤੈਨੂੰ ਹੋਰ ਵੀ ਨਾਲ ਕਹਿ ਦਿਆਂ, ਤੂੰ ਰੱਬ ਨੂੰ ਪਿਆਰੀ ਹੋਵੇਂਗੀ ਤੇ ਉਹ ਗੁਰੂ ਤਾਂ ਤੇਰੇ ਤੋਂ ਪਹਿਲਾਂ ਵੀ ਤੁਰ ਗਏ, ਨਾ ਵੀ ਤੁਰਦੇ ਉਹਨਾਂ ਸਹਾਇਤਾ ਨਹੀਂ ਸੀ ਕਰਨੀ। ਇਹਦੇ ਵਿੱਚ ਇੱਕ ਹੋਰ ਭਲਾ ਤੇਰਾ ਹੋ ਜਾਣਾ ਹੈ। ਇਸ ਗੁਰੂ ਨੇ ਜੁਗੋ ਜੁਗ ਅਟਲ ਰਹਿਣਾ ਹੈ, ਤੂੰ ਪਿਆਰੀ ਹੋਵੇਂਗੀ ਤੇ ਗੁਰੂ ਦਾ ਸ਼ਬਦ ਵੀ ਤੇਰੇ ਨਾਲ ਹੀ ਚਲਿਆ ਜਾਏਗਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ ਲੈ ਮਾਂ, ਇਹ ਨਾਮ ਤੇ ਤੇਰੇ ਨਾਲ ਹੀ ਚਲਿਆ ਜਾਏਗਾ। ਸੋ ਕਹਿਣ ਤੋਂ ਭਾਵ ਹੈ ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰਿਓ ਪੂਰੇ ਸਮਰੱਥ ਗੁਰੂ ਨਾਲ ਜੋੜਦੇ ਨੇ, ਸਾਹਿਬ ਜੀ ਕਿਰਪਾ ਕਰਦੇ ਨੇ। ਜਗਤ ਬੌਰਾਨਾ ਕਮਲਾ ਹੈ ਪੂਰੇ ਸਤਿਗੁਰੂ ਤੋਂ ਬਿਨਾ ਇਹਨੂੰ ਨਾਮ ਦੀ ਸਾਰ ਨਹੀਂ ਆ ਰਹੀ। ਸਾਹਿਬ ਕਹਿੰਦੇ ਸਤਿਗੁਰ ਸੇਵੈ ਸੇ ਪਰਵਾਨ, ਜਿਨ ਜੋਤੀ ਜੋਤ ਮਿਲਾਈ। ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ, ਸਤਿਗੁਰੂ ਨੂੰ ਯਾਦ ਕਰਦੇ ਨੇ, ਸਤਿਗੁਰੂ ਨਾਲ ਮਿਲਾਪ ਕਰ ਲੈਂਦੇ, ਮਿਲ ਲੈਂਦੇ ਨੇ ਗੁਰੂ ਜੀ ਨੂੰ, ਗੁਰੂ ਧਾਰਨ ਕਰ ਲੈਂਦੇ ਨੇ। ਸਾਹਿਬ ਕਹਿੰਦੇ ਨੇ ਉਹਨਾਂ ਦੀ ਜੋਤ 'ਚ ਜੋਤ ਮਿਲ ਜਾਂਦੀ ਹੈ, ਭਾਵ ਕਿ ਅੰਦਰ ਦਾ ਅੰਮ੍ਰਿਤ ਤੇ ਬਾਹਰ ਵਾਲਾ ਅੰਮ੍ਰਿਤ ਜਦੋਂ ਮਿਲ ਜਾਂਦੇ ਨੇ ਦੋਨੋਂ, ਤੇ ਗੁਰਮੁਖੋ ਫਿਰ ਜੋਤ ਨਾਲ ਜੋਤ ਮਿਲ ਗਈ, ਫਿਰ ਉਹ ਪ੍ਰਵਾਨ ਦਾ ਮਤਲਬ ਕਬੂਲ ਹੋ ਜਾਂਦਾ ਸਿੱਖ ਗੁਰੂ ਨੂੰ। ਤੇ ਸਾਹਿਬ ਕਹਿੰਦੇ ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ। ਉਹ ਸਾਹਿਬ ਦਾ ਹੀ ਰੂਪ ਹੋ ਜਾਂਦਾ ਹੈ, ਹਰਿ ਕਾ ਸੇਵਕ ਸੋ ਹਰਿ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹਦੇ ਵਿੱਚ ਤੇ ਫਿਰ ਰੱਬ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ ਹਨ। ਸਾਹਿਬ ਜੀ ਕਹਿੰਦੇ ਨੇ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਭਈ ਆਪਣੀ ਮੱਤ ਅਨੁਸਾਰ ਚੱਲ ਕੇ ਅੱਜ ਤੱਕ ਦੱਸੋ ਕਿਸੇ ਨੇ ਜਗਤ ਵਿੱਚ ਸੁਖ ਪਾਇਆ ਹੈ, ਜਿਹੜਾ ਇਹ ਕਵੇ ਵੀ ਲੋੜ ਹੀ ਕੋਈ ਨਹੀਂ ਗੁਰੂ ਧਾਰਨ ਕਰਨ ਦੀ। ਸਾਹਿਬ ਕਹਿੰਦੇ ਆਪਣੀ ਮੱਤ ਪਿੱਛੇ ਤੁਰਨ ਵਾਲੇ ਜੀਵ ਨੇ ਅੱਜ ਤੱਕ ਸੁਖ ਨਹੀਂ ਪਾਇਆ। ਉਹ ਤੇ ਅਗਿਆਨੀ ਬੰਦਾ ਸਾਰੀ ਉਮਰ ਅਗਿਆਨਤਾ ਦੇ ਵਿੱਚ ਹੀ ਤੁਰ ਜਾਂਦਾ ਹੈ। ਅੰਧੇ ਦਾ ਅਰਥ ਇੱਥੇ ਅਗਿਆਨਤਾ ਹੈ, ਅਗਿਆਨਤਾ ਦੇ ਵਿੱਚ ਹੀ ਸਾਰੀ ਜ਼ਿੰਦਗੀ ਆਪਣੀ ਨਿਭਾ ਕੇ ਚਲਿਆ ਗਿਆ। ਸਾਹਿਬ ਕਹਿੰਦੇ ਨੇ ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁੱਖ ਨਾ ਜਾਈ।
ਜਿਹੜੇ ਜ਼ਹਿਰ ਪਦਾਰਥ ਨੇ, ਭਾਵ ਕਿ ਆਤਮਿਕ ਜੀਵਨ ਦੇਣ ਦੇ ਵਿੱਚ ਜਿਹੜੇ ਰੁਕਾਵਟ ਪੈਦਾ ਕਰਦੇ ਨੇ, ਉਹਨਾਂ ਨੂੰ ਵਿਖਿਆ ਗਿਆ ਗਿਆ। ਇੱਥੇ ਧਨ ਪੈਸੇ ਨੂੰ ਵਿਖਿਆ ਨਹੀਂ ਕਿਹਾ ਗਿਆ। ਕਈ ਵਾਰ ਅਸੀਂ ਇਧਰ ਨੂੰ ਗੱਲ ਲੈ ਜਾਂਦੇ, ਨਹੀਂ, ਵਿਖਿਆ ਤੋਂ ਭਾਵ ਹੈ ਜਿਹੜਾ ਅੰਦਰ ਜੀਵਨ ਨੂੰ ਜ਼ਹਿਰ ਬਣਾਈ ਜਾਂਦੇ ਨੇ ਵਿਕਾਰ। ਸਾਹਿਬ ਜੀ ਕਹਿੰਦੇ ਦੱਸੋ ਇਸ ਵਿਖਿਆ ਵਿੱਚ ਅੱਜ ਤੱਕ ਇਹਨਾਂ ਵਿਕਾਰਾਂ ਨੂੰ ਭੋਗ ਕੇ ਅੱਜ ਤੱਕ ਦੱਸੋ ਕੋਈ ਰੱਜ ਸਕਿਆ ਹੈ? ਤੇ ਸਾਹਿਬ ਜੀ ਕਹਿੰਦੇ ਨੇ ਇਸ ਮੂਰਖ ਬੰਦੇ ਨੇ ਸਮਝ ਹੀ ਨਾ ਜਾਣੀ, ਅੰਦਰ ਦਾ ਜੀਵਨ ਜਿਹੜਾ ਸੀ ਕਾਮ ਕ੍ਰੋਧ ਕਾਇਆ ਉਹ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ, ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਹੀ ਬਰਬਾਦ ਕਰ ਦਿੱਤੀ। ਤੇ ਸਾਹਿਬ ਜੀ ਕਹਿੰਦੇ ਨੇ ਦੂਜੈ ਸਭ ਕੋ ਲਗ ਵਿਗੂਤਾ, ਬਿਨ ਸਤਿਗੁਰ ਬੂਝ ਨਾ ਪਾਈ। ਦੂਜੇ ਲੱਗਦਾ ਮਤਲਬ ਆਪਣੇ ਸਤਿਗੁਰੂ ਨੂੰ ਛੱਡ ਕੇ ਐਵੇਂ ਦੇਵੀ ਦੇਵਤਿਆਂ ਜਾਂ ਹੋਰਾਂ ਦੇ ਮਗਰ ਭੱਜੇ ਫਿਰਨਾ। ਵਿਗੁੱਤਾ ਦਾ ਮਤਲਬ ਹੁੰਦਾ ਖੁਆਰ ਹੋਣਾ। ਆਪਣੇ ਗੁਰੂ ਨੂੰ ਛੱਡ ਕੇ ਜੇ ਕੋਈ ਭਟਕਦਾ ਹੈ ਤੇ ਖੁਆਰ ਹੀ ਹੁੰਦਾ ਹੈ। ਬਿਨ ਸਤਿਗੁਰ ਬੂਝ ਨਾ ਪਾਈ, ਸਤਿਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਅਖੀਰਲੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਸਤਿਗੁਰ ਸੇਵੇ ਸੋ ਸੁਖ ਪਾਏ, ਜਿਸ ਨੂੰ ਕਿਰਪਾ ਕਰੇ ਰਜ਼ਾਈ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਜਿਹਦੇ ਉੱਤੇ ਕਿਰਪਾ ਕਰ ਦੇਵੇ, ਜਿਹਨੂੰ ਉਹਦੀ ਰਜ਼ਾ ਦੀ ਸਮਝ ਆ ਜਾਵੇ, ਜਿਹੜਾ ਆਪਣੇ ਸਤਿਗੁਰੂ ਨਾਲ ਜੁੜ ਜਾਵੇ। ਸਤਿਗੁਰ ਸੇਵੇ, ਸੇਵੇ ਦਾ ਮਤਲਬ ਹੈ ਗੁਰੂ ਨੂੰ ਸਿਮਰੇ, ਯਾਦ ਕਰੇ, ਗੁਰੂ ਵਾਲਾ ਬਣ ਜਾਵੇ ਤੇ ਸੁਖ ਪਾਏ। ਉਹ ਜੀਵ ਜ਼ਿੰਦਗੀ 'ਚ ਸੁਖ ਆਨੰਦ ਮਾਣਦਾ ਹੈ। ਪਰ ਇਹ ਦਾਤ ਜਿਸ ਨੂੰ ਕਿਰਪਾ ਕਰੇ ਰਜ਼ਾਈ, ਜਿਹਦੇ ਉੱਤੇ ਮਾਲਕ ਕਿਰਪਾ ਕਰ ਦੇਵੇ, ਜਿਹਦੇ ਉੱਤੇ ਪਰਮੇਸ਼ਰ ਰਹਿਮਤ ਕਰ ਦੇਵੇ, ਇਹ ਦਾਤ ਉਸੇ ਨੂੰ ਮਿਲਦੀ ਹੈ। ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਜੀਵ ਗੁਰੂ ਨਾਲ ਜੁੜਦਾ ਹੈ, ਗੁਰੂ ਵਾਲਾ ਬਣਦਾ ਹੈ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਮਾਲਕ ਕਿਰਪਾ ਕਰੇ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਉਹ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨ ਕਿ ਦਾਤਾ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ ਹੈ, ਉਹ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨ ਕਿ ਦਾਤਾ ਉਹਨਾਂ ਨੂੰ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ, ਉੱਚਾ ਸੁੱਚਾ ਜੀਵਨ ਸਤਿਗੁਰੂ ਬਖਸ਼ਿਸ਼ ਕਰਨ। ਇਹ ਅਰਦਾਸ ਉਹਨਾਂ ਨੇ ਗੁਰੂ ਚਰਨਾਂ 'ਚ ਕਰਨੀ ਹੈ ਤਾਂ ਕਿ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਆਪਣਾ ਜੀਵਨ ਸੋਹਣਾ ਸੁਚੱਜਾ ਗੁਰੂ ਜੀ ਦੇ ਆਸ਼ੇ ਵਾਲਾ ਬਣਾ ਕੇ ਇਸ ਜਗਤ ਸੰਸਾਰ ਤੋਂ ਜਾਵਾਂਗੇ। ਫਿਰ ਹੋਣਗੇ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।